अस्सलाम वालेकुम। मैं ਤੁਹਾਡਾ ਦੋਸਤ ਅਬਦੁਲ ਬਾਸਿਤ। ਕੁਝ ਦਿਨ ਪਹਿਲੇ ਫਰਾਜ਼ ਸ਼ਾਹਦ ਮੇਰਾ ਕੋਲੀਗ ਹੈ, ਬੜਾ ਪਿਆਰਾ ਸੱਜਣ। ਉਹਨੇ ਮੈਨੂੰ ਪੁੱਛਿਆ ਜੀ ਕਿ ਪਮਾਇਸ਼ਾਂ ਦੇ ਬਾਰੇ 'ਚ ਕਿ ਮਰਲੇ 'ਚ ਕਿੰਨੀ ਪਮਾਇਸ਼ ਹੈ, ਸਰਸਾਈ ਕੀ ਸ਼ੈ ਹੈ। ਤੇ ਉਹਦੇ ਉੱਪਰ ਮੈਂ ਇੱਕ ਵੀਡੀਓ ਰਿਕਾਰਡ ਕਰਨ ਦਾ ਹੀ ਸੋਚਿਆ ਸੀਗਾ। ਅੱਛਾ, ਪਮਾਇਸ਼ਾਂ ਦੇ ਇਸ ਇਲਮ ਨੂੰ ਆਪਣੇ ਪਟਵਾਰ ਦੀ ਜ਼ੁਬਾਨ ਦੇ ਵਿੱਚ ਜਾਂ ਵੈਸੇ ਵੀ ਇਹਨੂੰ ਮਸਾਹਤ ਕਹਿੰਦੇ ਨੇ, ਔਰ ਪਮਾਇਸ਼ ਲੈਣ ਵਾਲੇ ਆਦਮੀ ਨੂੰ ਮਸਾਹ ਕਹਿੰਦੇ ਨੇ। ਤੇ ਆਪਾਂ ਪਟਵਾਰੀ ਵੀ ਹੈਗੇ ਆ ਤੇ ਮਸਾਹ ਵੀ ਆ। ਤੇ ਪਮਾਇਸ਼ਾਂ ਦਾ ਕੰਮ ਜ਼ਾਰੀ ਗੱਲ ਹੈ, ਅੱਗੇ ਆਪਾਂ ਹੀ ਕਰਨਾ। ਤੇ ਮਸਾਹਤ ਸਿੱਖਣ ਤੋਂ ਪਹਿਲੇ ਆਪਾਂ ਨੂੰ ਦੋ ਨਿਜ਼ਾਮ ਸਮਝਣੇ ਪੈਣੇ ਮੈਜ਼ਰਮੈਂਟਸ ਦੇ। ਇਸ ਵਕਤ ਦੁਨੀਆ ਦੇ ਵਿੱਚ ਰਕਬੇ ਮਾਪੇ ਜਾਂਦੇ ਨੇ, ਫਾਸਲੇ ਨੇ, ਚੀਜ਼ਾਂ ਦੀ ਮਿਕਦਾਰ ਆ, ਵਜ਼ਨ ਆ, ਵਕਤ ਆ, ਦਰਜਾ ਹਰਾਰਤ ਆ, ਟੈਂਪਰੇਚਰ ਹੈਗਾ। ਇਹ ਸਾਰੀਆਂ ਸ਼ੈਵਾਂ ਦੇ ਪੈਮਾਨੇ ਬਣੇ ਹੋਏ ਨੇ। ਅੱਛਾ, ਇਹ ਜਦੋਂ ਤੋਂ ਇਨਸਾਨ ਨੇ ਹੋਸ਼ ਸੰਭਾਲਿਆ, ਇਨਸਾਨ ਸਿਵਿਲਾਈਜ਼ਡ ਹੋਇਆ, ਇਨਸਾਨ ਨੇ ਸ਼ੈਵਾਂ ਦੀ ਪਮਾਇਸ਼ ਲੈਣ ਦੇ ਤਰੀਕੇ ਖੁਦ ਇਜਾਦ ਕੀਤੇ। ਔਰ ਇਨਸਾਨ ਅੱਜ ਤੋਂ ਕੋਈ 2 ਸਦੀਆਂ ਪਹਿਲੇ ਤੱਕ ਜਾਂ 1 ਸਦੀ ਪਹਿਲੇ ਤੱਕ ਆਪਣੇ ਰਵਾਇਤੀ ਜਿਹੜੇ ਤਰੀਕੇ ਸੀਗੇ ਉਹਨਾਂ ਦੇ ਨਾਲ ਜੁੜਿਆ ਰਿਹਾ। ਤੇ ਉਹਦੇ ਤੋਂ ਬਾਅਦ ਫਿਰ ਜਦੀਦ ਸਾਇੰਟੀਫਿਕ ਮੈਜ਼ਰਮੈਂਟਸ ਵੀ ਆ ਗਈਆਂ, ਜਿਹੜੀਆਂ ਪਾਕਿਸਤਾਨ ਦੇ ਵਿੱਚ ਬਲਕਿ ਸਾਰੀ ਦੁਨੀਆ ਦੇ ਵਿੱਚ 1960s ਤੋਂ ਲਾਗੂ ਹੋਣੀਆਂ ਸ਼ੁਰੂ ਹੋਈਆਂ। ਆਪਣੇ ਪਾਕਿਸਤਾਨ 'ਚ 1964 ਤੋਂ ਵਜ਼ਨ ਦੇ ਪੈਮਾਨੇ ਜਿਹੜੇ ਹੈਗੇ ਉਹ ਬਦਲ ਦਿੱਤੇ ਗਏ ਸੀ। ਉਹਦੇ ਤੋਂ ਪਹਿਲੇ ਸਿਰ ਹੁੰਦਾ ਸੀ, ਸੇਰ। ਤੁਸੀਂ ਆਪਣੇ ਬਜ਼ੁਰਗਾਂ ਨੂੰ ਸੁਣਿਆ ਹੋਣਾ ਵਾ, ਉਹ ਵਜ਼ਨ ਜਿਹੜਾ ਵਾ ਉਹ ਸੇਰ ਦੇ ਵਿੱਚ ਹੀ ਕਰਦੇ ਹੁੰਦੇ ਸੀ। ਹੁਣ ਕਿਲੋਗ੍ਰਾਮ ਆ ਗਿਆ। ਅੱਛਾ, ਉਹਦੇ 'ਚ ਆਪਾਂ ਸਭ ਤੋਂ ਪਹਿਲੇ ਇਹ ਦੋਵੇਂ ਜਿਹੜੇ ਨਿਜ਼ਾਮ ਹੈਗੇ ਨੇ ਇਹਨਾਂ ਨੂੰ ਡਿਸਕਸ ਕਰਾਂਗੇ। ਇਹਨਾਂ ਦੇ ਡਰਾਬੈਕਸ, ਰਵਾਇਤੀ ਨਿਜ਼ਾਮ ਦੇ ਕੀ ਡਰਾਬੈਕਸ ਨੇ ਉਹ ਵੀ ਦੇਖਾਂਗੇ। ਜਿਹੜਾ ਰਵਾਇਤੀ ਨਿਜ਼ਾਮ ਹੈਗਾ ਵਾ, ਆਪਣੇ ਹਿੰਦੁਸਤਾਨ ਦੇ ਵਿੱਚ ਵੀ ਇਹੀ ਚੱਲਦਾ ਸੀਗਾ। ਇੱਥੇ ਦੇ ਜਿਹੜੇ ਪੈਮਾਨੇ ਬਣਾਏ ਹੋਏ ਸੀ ਲੋਕਾਂ ਨੇ ਕਦੀਮ ਵਕਤਾਂ ਤੋਂ ਉਹੀ ਚੱਲ ਰਹੇ ਸੀ। ਫਿਰ ਜਦੋਂ ਬ੍ਰਿਟਿਸ਼ ਰੂਲ ਆਇਆ ਤਾਂ ਬ੍ਰਿਟਿਸ਼ ਰੂਲ ਨੇ ਵੀ ਕਿਉਂਕਿ ਜਿਹੜੇ ਬ੍ਰਿਟਿਸ਼ ਰੂਲ ਹੈਗਾ ਵਾ ਉਹ ਅੱਧੀ ਤੋਂ ਜ਼ਿਆਦਾ ਦੁਨੀਆ 'ਚ ਰਿਹਾ, ਤਾਂ ਉਹਨਾਂ ਨੇ ਉੱਥੇ ਦੇ ਜਿਹੜੇ ਮਿਆਰੀ ਪੈਮਾਨੇ ਉਹਨਾਂ 'ਚ ਥੋੜ੍ਹੀ ਬਹੁਤ ਚੇਂਜਸ ਕਰਕੇ ਉਹੀ ਲਾਗੂ ਕਰਤੇ। ਜ਼ਾਰੀ ਬਾਤ ਹੈ, ਜਿਹੜੀ ਸਰਕਾਰ ਹੈ ਵੇ, ਜਿਨ੍ਹਾਂ ਦਾ ਰਾਜ ਹੈਗਾ ਵਾ, ਉਹਨਾਂ ਨੇ ਇੱਥੋਂ ਟੈਕਸ ਵੀ ਇਕੱਠੇ ਕਰਨੇ ਆ। ਅਤੇ ਉਹ ਅਗਰ ਪੈਦਾਵਾਰ ਦੇ ਉੱਪਰ ਟੈਕਸ ਲੈ ਰਹੇ ਨੇ ਤਾਂ ਉਹ ਪੈਦਾਵਾਰ ਨੂੰ ਮਾਪਣ ਦਾ ਵੀ ਤਾਂ ਉਹਨਾਂ ਨੇ ਇੱਕ ਪੈਮਾਨਾ ਬਣਾਉਣਾ ਕਿ ਨਹੀਂ। ਅਤੇ ਜਿਹੜੇ ਰਵਾਇਤੀ ਨਿਜ਼ਾਮ ਹੈਗਾ ਵਾ ਉਹਨਾਂ ਦੀ ਇੱਕ ਮੈਂ ਸਲਾਈਡ ਬਣਾਈ ਹੈ, ਮੈਂ ਨਾਲ ਲਾ ਵੀ ਦੇਵਾਂਗਾ। ਇੱਥੇ ਤੁਹਾਨੂੰ ਨਜ਼ਰ ਆਏਗੀ। ਇਹ ਚੂँਕਿ ਮੁਖਤਲਿਫ ਇਲਾਕਿਆਂ ਦੇ ਲੋਕ ਆਪਦੇ ਰਵਾਇਤੀ ਤਰੀਕਿਆਂ ਨਾਲ ਬਣਾਉਂਦੇ ਸੀਗੇ ਅਤੇ ਇਸ ਤੋਂ ਸਾਰੀ ਦੁਨੀਆ 'ਚ ਮੁਖਤਲਿਫ ਸੀਗੇ। ਹਿੰਦੁਸਤਾਨ 'ਚ ਮੁਖਤਲਿਫ ਸੀ, ਈਰਾਨ 'ਚ ਮੁਖਤਲਿਫ ਸੀ, ਅਰਬ 'ਚ ਮੁਖਤਲਿਫ ਸੀ, ਇੰਗਲਿਸ਼ ਮੁਲਕਾਂ ਦੇ ਵਿੱਚ ਮੁਖਤਲਿਫ ਸੀ, ਚਾਈਨਾ 'ਚ ਮੁਖਤਲਿਫ ਸੀ। ਲੇਕਿਨ ਜਿਹੜਾ ਅਸ਼ਾਰੀ ਨਿਜ਼ਾਮ ਹੈਗਾ, ਇਹ ਇੱਕ ਸਾਇੰਟੀਫਿਕ ਅਤੇ ਲੌਜੀਕਲ ਨਿਜ਼ਾਮ ਹੈਗਾ ਵਾ ਮੈਜ਼ਰਮੈਂਟਸ ਦਾ। ਅਤੇ ਇਹ ਸਾਰੀ ਦੁਨੀਆ ਦੇ ਵਿੱਚ, ਕਿਉਂਕਿ ਇਹ ਮੈਥਮੈਟੀਕਲ ਅਤੇ ਸਾਇੰਟੀਫਿਕ ਲੌਜਿਕਸ ਦੇ ਨਾਲ ਜੁੜਿਆ ਹੋਇਆ ਵਾ, ਅਤੇ ਸਾਰੀ ਦੁਨੀਆ ਦੇ ਵਿੱਚ ਯਕਸਾ ਹੀ ਨਾਫਿਜ਼ ਹੈਗਾ। ਅਤੇ ਇਹਨਾਂ ਦੇ ਵਿੱਚ ਕੋਈ ਫਰਕ ਨਹੀਂ ਆ ਸਕਦਾ। ਇੱਥੇ ਵੀ ਜਿੱਦਾਂ ਇਸਤੇਮਾਲ ਹੋ ਸਕਦੇ ਉੱਦਾਂ ਹੀ ਬਾਕੀ ਸਾਰੀ ਦੁਨੀਆ ਵੀ ਉੱਦਾਂ ਹੀ ਇਸਤੇਮਾਲ ਕਰਦੀ ਆ। ਅਤੇ ਰਵਾਇਤੀ ਤਰੀਕਿਆਂ ਨੂੰ ਸਮਝਣਾ ਬੜਾ ਮੁਸ਼ਕਿਲ ਹੁੰਦਾ। ਇਹਨਾਂ ਦੇ ਵਿੱਚ ਇੱਕ ਜਿਹੜੀ ਤਰਤੀਬ ਨਹੀਂ ਹੁੰਦੀ, ਸੀਕੁਐਂਸ ਨਹੀਂ ਹੁੰਦਾ। ਠੀਕ ਹੈ ਜੀ। ਸਭ ਤੋਂ ਛੋਟਾ ਪੈਮਾਨਾ ਜਿਹੜਾ ਵਾ ਉਹ 8 ਕਰ ਦਿਓ ਅਤੇ ਅਗਲਾ ਪੈਮਾਨਾ ਬਣ ਜਾਏਗਾ, ਉਹਨੂੰ 15 ਵਧਾ ਦਿਓ ਤਾਂ ਅਗਲਾ ਪੈਮਾਨਾ ਬਣ ਜਾਏਗਾ। ਇਹ ਤਰਤੀਬ ਨਹੀਂ ਹੈਗੀ, ਇੱਕ ਸੀਕੁਐਂਸ ਨਹੀਂ ਹੈਗਾ। ਅਸ਼ਾਰੀ ਨਿਜ਼ਾਮ ਦੇ ਵਿੱਚ ਸੀਕੁਐਂਸ ਚੱਲਦਾ, 10 10 10 ਵਧਾਈ ਜਾਓ ਅਤੇ ਅਗਲੇ ਪੈਮਾਨੇ ਬਣਦੇ ਜਾਣਗੇ। ਮਿਆਰੀ ਪੈਮਾਨੇ ਤੋਂ ਉੱਪਰ 10 10 ਵਧਾਈ ਜਾਓ ਅਤੇ ਮਿਆਰੀ ਪੈਮਾਨੇ ਬਣਦੇ ਜਾਣਗੇ। ਪਿੱਛੇ ਵੀ ਲਿਆ ਸਕਦੇ, ਉਹਨਾਂ ਨੂੰ ਛੋਟਾ ਵੀ ਕਰ ਸਕਦੇ। ਹੁਣ ਆਪਾਂ ਆਨੇ ਰਵਾਇਤੀ ਅਤੇ ਜਿਹੜੇ ਦੂਸਰੇ ਆਪਣੇ ਅਸ਼ਾਰੀ ਨਿਜ਼ਾਮ ਹੈਗਾ, ਉਹਦੇ ਵਿੱਚ ਆਪਾਂ ਇੱਕ ਮਵਾਜ਼ਨਾ ਕਰਦੇ ਹਾਂ। ਅਤੇ ਤਾਂ ਕਿ ਤੁਹਾਨੂੰ ਬਿਹਤਰ ਤਰੀਕੇ ਨਾਲ ਸਮਝ ਆ ਸਕੇ। ਆਪਾਂ ਆਉਣਾ ਤਾਂ ਪਮਾਇਸ਼ ਵਾਲੀ ਹੈ, ਲੇਕਿਨ ਉਹਦੇ ਤੋਂ ਪਹਿਲੇ ਮੈਂ ਚਾਹ ਰਿਹਾ ਹਾਂ ਕਿ ਆਪਾਂ ਜਿਹੜੇ ਬਾਕੀ ਪੈਮਾਨੇ ਵਜ਼ਨ ਦੇ, ਫਾਸਲੇ ਦੇ ਅਤੇ ਉਹ ਮੈਜ਼ਰਮੈਂਟਸ ਦੇ, ਉਹਨਾਂ ਨੂੰ ਵੀ ਆਪਾਂ ਇੱਕ ਦਫਾ ਨਜ਼ਰ ਮਾਰ ਲਈਏ। ਦੋਵਾਂ ਨੂੰ ਇੱਕ ਤਕਾਬਲੀ ਜਾਇਜ਼ਾ ਜਿਹੜਾ ਉਹ ਲਈਏ।
ਹੁਣ ਰਵਾਇਤੀ ਨਿਜ਼ਾਮ ਅਗਰ ਹਿੰਦੁਸਤਾਨ ਦੇ ਵਿੱਚ ਵਜ਼ਨ ਦਾ ਆਪਾਂ ਲੈ ਕੇ ਆਈਏ ਤੇ ਸਭ ਤੋਂ ਛੋਟਾ ਪੈਮਾਨਾ ਰੱਤੀ ਹੁੰਦਾ ਸੀ। ਹੁਣ ਰੱਤੀ ਜਿਹੜਾ ਵਾ ਉਹ 8 ਚਾਵਲ ਦੇ ਦਾਣਿਆਂ ਦੇ ਬਰਾਬਰ ਸੀਗਾ। ਹੁਣ 8 ਚਾਵਲ ਦੇ ਦਾਣੇ ਕਿਹੜੇ ਕਿਹੜੇ ਹੋਣ ਇਹ ਕੋਈ ਸਟੈਂਡਰਡ ਨਹੀਂ ਹੈਗਾ, ਠੀਕ ਹੈ ਜੀ। 8 ਦਾਣੇ ਕਾਇਨਾਤ ਦੇ ਚਾਵਲ ਹੋਣ, ਠੀਕ ਹੈ, ਤੇ ਕਾਇਨਾਤ ਦਾ ਤੇ ਚਾਵਲ ਇਹਨਾਂ ਪੂਰਾ ਪੂਰਾ ਲੰਮਾ ਹੁੰਦਾ, ਤੇ ਉਹ ਤੇ ਰੱਤੀ ਜਿਹੜੀ ਹੈਗੀ ਵੱਡੀ ਬਣ ਜਾਏਗੀ, ਠੀਕ ਹੈ ਜੀ। ਜੇ ਕੋਈ ਚਾਵਲ ਜਿਹੜਾ ਉਹ ਟੈਡੀ ਝੋਨਾ ਹੈਗਾ ਵਾ ਉਹਦੇ ਦਾਣੇ ਲਿਆਓ ਤੇ ਉਹ ਰੱਤੀ ਬਿਲਕੁਲ ਹੀ ਛੋਟੀ ਹੋ ਜਾਏਗੀ। ਇਹ ਤੇ ਮਿਆਰੀ ਨਹੀਂ ਹੈਗਾ। ਅੱਛਾ, ਇਹ ਇਸਤੇਮਾਲ ਹੁੰਦਾ ਰਿਹਾ ਆਪਣੇ। 8 ਰੱਤੀਆਂ ਦਾ ਇੱਕ ਮਾਸ਼ਾ ਹੁੰਦਾ ਸੀ, ਫਿਰ 12 ਮਾਸ਼ੇ ਦਾ ਇੱਕ ਤੋਲਾ, ਫਿਰ 5 ਤੋਲੇ ਦੀ ਇੱਕ ਛਟਾਂਕ, ਫਿਰ 4 ਛਟਾਂਕਾਂ ਦਾ ਇੱਕ ਪਾਈਆ, ਤੇ 4 ਪਾਈਏ ਦਾ ਇੱਕ ਸਿਰ। ਹੁਣ ਇਹ ਵੇਖੋ 8 12 5 4 4 ਇਹ ਸੀਕਵੈਂਸ ਨਹੀਂ ਹੈਗਾ, ਠੀਕ ਹੈ ਜੀ। ਹੁਣ ਇਹਦੇ ਮੁਕਾਬਲੇ ਦੇ ਵਿੱਚ ਅਸ਼ਾਰੀ ਨਿਜ਼ਾਮ 'ਚ ਜਿਹੜਾ ਮਾਦੇ ਦੀ ਮਿਕਦਾਰ ਹੈਗੀ ਆ ਉਹ ਕੀ ਹੈ, ਉਹਦਾ ਇੱਕ ਸਟੈਂਡਰਡ ਜਿਹੜਾ ਯੂਨਿਟ ਬੇਸ ਯੂਨਿਟ ਹੈਗਾ ਵਾ ਉਹ ਗ੍ਰਾਮ ਹੈ। ਹੁਣ ਗ੍ਰਾਮ ਕੀ ਹੈ? ਗ੍ਰਾਮ ਅਸਲ ਦੇ ਵਿੱਚ 4 ਡਿਗਰੀ ਸੈਂਟੀਗ੍ਰੇਡ ਦਰਜਾ ਹਰਾਰਤ 'ਤੇ, ਮਤਲਬ ਬਹੁਤ ਘੱਟ ਠੰਡੇ ਦਰਜਾ ਹਰਾਰਤ 'ਤੇ ਜੰਮਿਆ ਹੋਇਆ ਪਾਣੀ ਜਿਹਦੀ 1 ਕਿਊਬਿਕ ਸੈਂਟੀਮੀਟਰ ਮਿਕਦਾਰ ਜਿਹੜੀ ਹੈਗੀ ਆ ਉਹ 1 ਗ੍ਰਾਮ ਦੇ ਬਰਾਬਰ ਹੁੰਦੀ ਆ। ਇਹ ਵੇਖੋ ਹੁਣ ਤੁਸੀਂ ਇਹ ਅਮਰੀਕਾ ਚਲੇ ਜਾਓ, ਇਹ ਤੁਸੀਂ ਮਰੀਖ 'ਤੇ ਚਲੇ ਜਾਓ, ਚਾਹੇ ਚੰਦ 'ਤੇ ਚਲੇ ਜਾਓ, ਚਾਹੇ ਚੀਨ ਚਲੇ ਜਾਓ, ਹਰ ਜਗ੍ਹਾ 'ਤੇ ਇਹ ਜਿਹੜੀ ਮਿਕਦਾਰ ਮਾਪੀ ਜਾ ਸਕਦੀ ਆ ਔਰ ਇਹ ਇੱਕੋ ਹੀ ਹੋਣੀ ਹੈ, ਠੀਕ ਹੈ ਜੀ। 1 ਗ੍ਰਾਮ ਇਹ ਹੋ ਗਿਆ। ਹੁਣ 1 ਗ੍ਰਾਮ ਬਣ ਗਿਆ ਬੇਸ ਯੂਨਿਟ। ਇਹਨੂੰ ਹੀ ਆਪਾਂ ਵਧਾ ਵੀ ਸਕਦੇ ਹਾਂ, ਇਹਨੂੰ ਆਪਾਂ ਘਟਾ ਵੀ ਸਕਦੇ ਹਾਂ। 1000 ਗ੍ਰਾਮ ਕਰ ਦੋਗੇ ਤਾਂ 1 ਕਿਲੋਗ੍ਰਾਮ ਬਣ ਗਿਆ। 1 ਗ੍ਰਾਮ ਦਾ 10ਵਾਂ ਹਿੱਸਾ ਛੋਟਾ ਕਰ ਦਿਓ ਤਾਂ ਡੈਸੀਗ੍ਰਾਮ ਹੋ ਗਿਆ। 100ਵਾਂ ਹਿੱਸਾ ਜਿਹੜਾ ਵਾ 100 ਦੇ ਵਿੱਚੋਂ 1 ਗ੍ਰਾਮ ਦੇ 100 ਹਿੱਸੇ ਕਰੋ, ਉਹਨਾਂ ਚੋਂ ਇੱਕ ਹਿੱਸਾ ਜਿਹੜਾ ਸੈਂਟੀਗ੍ਰਾਮ, ਫਿਰ ਇੱਦਾਂ ਹੀ ਮਿਲੀਗ੍ਰਾਮ, ਫਿਰ ਇੱਦਾਂ ਹੀ ਮਾਈਕਰੋਗ੍ਰਾਮ, ਇੱਦਾਂ ਹੀ ਨੈਨੋਗ੍ਰਾਮ। ਇਹਨਾਂ ਨੂੰ ਆਪਾਂ ਵਧਾ। ਇਹ ਹੁਣ ਦੇਖੋ ਅਸ਼ਾਰੀ ਨਿਜ਼ਾਮ ਦਾ ਇਹ ਜਿਹੜਾ ਹੈਗਾ ਯੂਨਿਟ ਹੈ ਮੈਜ਼ਰਮੈਂਟ ਦਾ। ਇੱਦਾਂ ਅੱਗੇ ਆਪਾਂ ਆ ਜਾਂਦੇ ਹਾਂ। ਹੁਣ ਰਵਾਇਤੀ ਨਿਜ਼ਾਮ ਦੇ ਵਿੱਚ ਲੰਬਾਈਆਂ ਕਿੱਦਾਂ ਲਈਆਂ ਜਾਂਦੀਆਂ ਸੀ। ਹੁਣ ਦੇਖੋ ਇੱਕ ਬਾਲਿਸ਼ਤ ਇੰਨੀ, ਇੱਥੋਂ ਲੈ ਕੇ ਇੰਨੀ ਬੜੀ, ਇਹ ਇੱਕ ਬਾਲਿਸ਼ਤ ਹੁੰਦੀ ਸੀ। ਇਹ ਹੁਣ ਮੁਰਵਜਾ ਨਹੀਂ ਹੈ, ਮਤਰੂਕ ਹੋ ਗਈ ਹੈ। ਫਿਰ ਇੱਕ ਹੱਥ, ਇਹ ਵੇਖੋ ਇੱਥੋਂ ਲੈ ਕੇ ਕੂਣੀ ਤੋਂ ਤੇ ਇੰਨਾ ਬੜਾ, ਇਹ ਇੱਕ ਹੱਥ ਦੀ ਲੰਬਾਈ, ਇਹ ਵੀ ਮੁਸਤਮਲ ਸੀਗੀ, ਫਿਰ ਮਤਰੂਕ ਹੋ ਗਈ। ਲੇਕਿਨ ਫੁੱਟ ਅੱਜ ਵੀ ਮੁਸਤਮਲ ਹੈ। ਰਵਾਇਤੀ ਨਿਜ਼ਾਮ ਦੇ ਵਿੱਚ ਜਿਹੜਾ ਮੈਜ਼ਰਮੈਂਟ ਦਾ ਤਰੀਕਾ 1 ਫੁੱਟ, ਇਹ ਫੁੱਟ ਅਸਲ 'ਚ ਪੈਰ ਵਾਲਾ ਹੀ ਫੁੱਟ ਹੈ, ਠੀਕ ਹੈ ਜੀ। ਲੰਬਾਈ ਦਾ ਪੈਮਾਨਾ ਪੈਰ ਦੀ ਜਿੰਨੀ ਲੰਬਾਈ ਆ ਉਹ 1 ਫੁੱਟ ਆ, ਔਰ ਇਹਦੇ 12ਵੇਂ ਹਿੱਸੇ ਨੂੰ ਇੰਚ ਕਹਿੰਦੇ ਨੇ। ਇੰਚ ਲਫ਼ਜ਼ੀ ਮਤਲਬ ਹੀ ਇਹਦਾ 12ਵਾਂ ਹਿੱਸਾ। ਹੁਣ ਦੇਖੋ ਇਹ 1 ਫੁੱਟ ਦੇ ਉੱਪਰ ਹੀ ਫਾਸਲੇ ਦੀ ਪੈਮਾਇਸ਼ ਉਦੋਂ ਇੱਦਾਂ ਦੀ ਲਈ ਜਾਂਦੀ ਸੀ। 1 ਮੀਲ, ਹੁਣ 1 ਮੀਲ ਮੁਸਤਮਲ ਨਹੀਂ ਹੈ, ਖ਼ਤਮ ਹੋ ਗਿਆ ਵਾ। ਰਵਾਇਤੀ ਤਰੀਕਾ ਸੀਗਾ ਫਾਸਲਾ ਮਾਪਣ ਦਾ, ਇਹ ਹੁਣ ਖ਼ਤਮ ਹੋ ਗਿਆ, ਹੁਣ ਕਿਲੋਮੀਟਰ ਆ ਗਿਆ। ਅਸ਼ਾਰੀ ਨਿਜ਼ਾਮ ਦੇ ਵਿੱਚ ਕਿਲੋਮੀਟਰ ਹੁੰਦਾ। ਰਵਾਇਤੀ ਨਿਜ਼ਾਮ ਸੀ ਫਾਸਲੇ ਦੀ ਪੈਮਾਇਸ਼ ਲਈ 1 ਮੀਲ ਇਸਤੇਮਾਲ ਹੁੰਦਾ ਸੀ। ਹੁਣ 1 ਮੀਲ ਕਿੱਦਾਂ ਬਣਦਾ ਵਾ? 3 ਫੁੱਟ ਦਾ 1 ਯਾਰਡ ਬਣਦਾ ਸੀ, 5.5 ਯਾਰਡ ਦਾ 1 ਰਾਡ ਬਣਦਾ ਸੀ, 40 ਰਾਡ ਦਾ 1 ਫਰਲਾਂਗ ਬਣਦਾ ਸੀ, ਔਰ 8 ਫਰਲਾਂਗ ਦਾ 1 ਮੀਲ ਬਣਦਾ ਸੀ। ਇਹ ਫਾਸਲਾ ਹੁੰਦਾ ਸੀ ਪੈਮਾਇਸ਼ ਦਾ। ਇਹ ਤਾਂ ਮੀਲ ਸੀਗਾ ਨਾ, ਇੱਥੇ ਆਪਣੇ ਚੱਲਦਾ ਸੀਗਾ। ਇੱਦਾਂ ਹੀ ਈਰਾਨ ਦੇ ਵਿੱਚ ਕੋਸ ਚੱਲਦਾ ਸੀ। ਕੋਸ ਤੁਸੀਂ ਸੁਣਿਆ ਵੀ ਹੋਣਾ, ਕੋਸੋਂ ਦੂਰ। ਹੁਣ ਕੋਸ ਜਿਹੜਾ ਇਹ ਅਸਲ 'ਚ ਗੋਰਸ਼ ਲਫ਼ਜ਼ ਸੀਗਾ। ਗੋਰਸ਼ ਅਸਲ ਦੇ ਵਿੱਚ ਗਾਏ ਦੀ ਆਵਾਜ਼ ਨੂੰ ਕਹਿੰਦੇ ਆ। ਅਤੇ ਇਹ ਪੈਮਾਨਾ ਤੁਸੀਂ ਦੇਖ ਲਓ ਕਿੰਨਾ ਗੈਰ ਮਿਆਰੀ ਸੀਗਾ। ਉਹਨਾਂ ਨੇ ਇਹ ਫਾਸਲੇ ਦਾ ਪੈਮਾਨਾ ਇੱਦਾਂ ਬਣਾਇਆ ਸੀਗਾ ਕਿ ਇੱਕ ਗਾਏ ਦੀ ਆਵਾਜ਼ ਜਿੱਥੇ ਤੱਕ ਸੁਣੀ ਜਾ ਸਕਦੀ ਆ, ਉਹ ਫਾਸਲਾ ਜਿਹੜਾ ਹੈਗਾ ਵਾ ਉਹ 1 ਕੋਸ ਬਣੇਗਾ। ਇੱਦਾਂ ਹੀ ਜਦੋਂ ਇੱਥੇ ਬ੍ਰਿਟਿਸ਼ ਆਏ ਅਤੇ ਉਹਨਾਂ ਨੇ ਜਦੋਂ ਬੰਗਾਲ ਰੈਜ਼ੀਡੈਂਸੀ ਕਾਇਮ ਕੀਤੀ, ਅਤੇ ਇੱਥੇ ਬੰਗਾਲ ਦੇ ਵਿੱਚ ਫਾਸਲੇ ਦਾ ਇੱਕ ਪੈਮਾਨਾ, ਉਹਨੂੰ ਹੂਕ ਕਹਿੰਦੇ ਸੀ। ਹੂ ਵੀ ਕਹਿੰਦੇ ਸੀ, ਹੂਕ ਵੀ ਕਹਿੰਦੇ ਸੀ। ਉਹ ਹੁਣ ਇੱਕ ਕੁੱਕੜ ਦੀ ਬਾਂਗ ਜਿੱਥੇ ਤੱਕ ਸੁਣੀ ਜਾ ਸਕਦੀ ਆ, ਉਹਨਾਂ ਫਾਸਲਾ 1 ਹੂਕ ਕਹਿਲਾਉਂਦਾ ਸੀ। ਇਹ ਹੁਣ ਕਿੰਨੇ ਗੈਰ ਮਿਆਰੀ ਪੈਮਾਨੇ ਸੀਗੇ। ਆਪਣੇ ਰਵਾਇਤੀ ਜਿਹੜੇ ਪੈਮਾਨੇ ਚੱਲੇ ਆ ਰਹੇ ਸੀ ਸਦੀਆਂ ਤੋਂ, ਅਤੇ ਗੈਰ ਮਿਆਰੀ ਪੈਮਾਨੇ ਸੀਗੇ। ਹੁਣ ਅਸ਼ਾਰੀ ਨਿਜ਼ਾਮ ਦੇ ਵਿੱਚ ਫਾਸਲਾ ਕਿੱਦਾਂ ਨਾਪਿਆ ਜਾਂਦਾ?
ਹੁਣ ਅਸ਼ਾਰੀ ਨਿਜ਼ਾਮ ਦੇ ਵਿੱਚ ਜਿਹੜਾ ਸਟੈਂਡਰਡ ਯੂਨਿਟ ਹੈਗਾ ਵਾ, ਬੇਸ ਯੂਨਿਟ, ਉਹ 1 ਮੀਟਰ ਹੈ। 1 ਮੀਟਰ ਕੀ ਵਾ? 1 ਮੀਟਰ ਉਹ ਲੰਬਾਈ ਹੈ ਜਿਹੜੀ ਰੋਸ਼ਨੀ 1 ਸੈਕਿੰਡ ਦੇ 29,97,92,458ਵੇਂ ਹਿੱਸੇ ਦੇ ਵਿੱਚ ਤੈਅ ਕਰਦੀ ਹੈ। ਇਹ 1 ਮੀਟਰ ਹੈ। ਹੁਣ ਇਹ ਜਿਹੜਾ ਸਟੈਂਡਰਡ ਹੈਗਾ ਵਾ, ਇਹ ਜ਼ਾਹਰੀ ਗੱਲ ਆ, ਆਪਾਂ ਲੇਮੈਨ ਹੈਗੇ ਆ, ਆਪਾਂ ਨੂੰ ਸਾਇੰਸ ਨਾਲ ਐਡਾ ਕੋਈ ਇਲਾਕਾ ਵੀ ਨਹੀਂ ਹੈ, ਲੇਕਿਨ ਇਹ ਮੀਟਰ ਦੀ ਇੱਕ ਬੜੀ ਬਿਹਤਰੀਨ ਡੈਫੀਨੇਸ਼ਨ ਹੈਗੀ ਹੈ, ਇੱਕ ਬੜੀ ਬਿਹਤਰੀਨ ਪੈਮਾਇਸ਼ ਹੈਗੀ ਹੈ, ਜਿਹੜੀ ਮੁਰੀਖ ਤੇ ਚਲੇ ਜਾਓ, ਚੰਦ ਤੇ ਚਲੇ ਜਾਓ, ਪਾਕਿਸਤਾਨ ਆ ਜਾਓ, ਇੰਡੀਆ ਚਲੇ ਜਾਓ, ਚੀਨ, ਅਮਰੀਕਾ ਚਲੇ ਜਾਓ, ਅਰਬ ਚਲੇ ਜਾਓ, ਇਹ ਉੱਥੇ ਦੇ ਜਿਹੜੇ ਸਾਇੰਟਿਸਟ, ਫਿਜ਼ਿਸਿਸਟ ਹੈਗੇ ਆ, ਉਹਨਾਂ ਨੇ ਇਹਦੀ ਮਿਕਦਾਰ, ਮੈਜਰਮੈਂਟ ਇੰਨੀ ਹੀ ਲੈਣੀ ਹੈ, ਕਿਉਂਕਿ ਰੋਸ਼ਨੀ ਜਿਹੜੀ ਹੈਗੀ ਉਹਦੀ ਰਫਤਾਰ ਕੌਨਸਟੈਂਟ ਹੈਗੀ ਆ, ਮੁਸਤਕਿਲ ਹੈ, ਬਦਲਦੀ ਨਹੀਂ ਹੈਗੀ। ਤੇ ਇਹ ਹੁਣ ਦੇਖੋ ਇੱਕ ਬੇਸ ਯੂਨਿਟ ਬਣ ਗਿਆ, ਬੇਸ ਪੈਮਾਨਾ ਬਣ ਗਿਆ, ਮਿਆਰੀ ਪੈਮਾਨਾ ਬਣ ਗਿਆ। ਇਹਦੇ ਉੱਪਰ ਇਹਨੂੰ ਵਧਾ ਵੀ ਸਕਦੇ ਹਾਂ, ਇਹਨੂੰ ਘਟਾ ਕੇ ਮੈਜਰਮੈਂਟ ਲਈ ਜਾ ਸਕਦੀ। ਮਤਲਬ 1000 ਮੀਟਰ 1 ਕਿਲੋਮੀਟਰ ਬਣ ਗਿਆ। ਮੀਟਰ ਦਾ 10ਵਾਂ ਹਿੱਸਾ ਛੋਟਾ ਕਰ ਦਿਓ, 10 ਦੇ ਵਿੱਚੋਂ 1 ਹਿੱਸਾ ਡੈਸੀਮੀਟਰ, 100ਵਾਂ ਹਿੱਸਾ ਸੈਂਟੀਮੀਟਰ, 1000ਵਾਂ ਹਿੱਸਾ ਮਿਲੀਮੀਟਰ, ਨੈਨੋਮੀਟਰ, ਮਾਈਕਰੋਮੀਟਰ ਹੈ। ਫਿਰ ਮਿਆਰ ਇਹਨੂੰ ਛੋਟਾ ਵੀ ਕਰ ਸਕਦੇ, ਵੱਡਾ ਵੀ ਕਰ ਸਕਦੇ। ਇਹ ਸੀ ਅਸ਼ਾਰੀ ਨਿਜ਼ਾਮ। ਤੇ ਹੁਣ ਆਪਾਂ ਆ ਜਾਂਦੇ ਹਾਂ ਆਪਣੀ ਮਸਾਹਤ ਵੱਲ। ਪਟਵਾਰ ਦੇ ਵਿੱਚ ਆਪਾਂ ਮਸਾਹ ਵੀ ਹੋਵਾਂਗੇ। ਤੇ ਆਪਣੇ ਇੱਥੇ ਪਟਵਾਰ ਦੇ ਵਿੱਚ ਜਿਹੜੇ ਲੰਬਾਈਆਂ ਦੇ ਪੈਮਾਇਸ਼ਾਂ ਕੱਢੀਆਂ ਜਾਂਦੀਆਂ ਵਾ, ਉਹ ਸਾਡੇ ਰਵਾਇਤੀ ਤਰੀਕੇ ਨਾਲ ਕੱਢੀਆਂ ਜਾਂਦੀਆਂ। ਅਸੀਂ ਜਦੀਦ ਤਰੀਕੇ ਜਿਹੜੇ ਨਹੀਂ ਲੈ, ਕਿਉਂਕਿ ਜਦੀਦ ਤਰੀਕਾ ਅਸੀਂ ਅਪਣਾ ਵੀ ਨਹੀਂ ਸਕਦੇ। ਠੀਕ ਹੈ ਜੀ, ਅਪਣਾ ਕਿਉਂ ਨਹੀਂ ਸਕਦੇ? ਕਿ ਰਵਾਇਤ ਹੀ ਇੰਨੀ ਰਾਸਖ ਹੋ ਗਈ, ਇੰਨੀ ਪੱਕੀ ਹੋ ਗਈ ਕਿ ਆਪਾਂ ਛੱਡ ਨਹੀਂ ਸਕਦੇ ਇਹਨੂੰ। 1964 ਦੇ ਵਿੱਚ ਅਖਬਾਰਾਂ 'ਚ ਇਸ਼ਤਿਹਾਰ ਆਏ ਸੀਗੇ ਕਿ ਲੋਕਾਂ ਨੂੰ ਮੋਟੀਵੇਟ ਕੀਤਾ ਕਿ ਤੁਸੀਂ ਜਿਹੜਾ ਪੈਮਾਨਾ ਵਜ਼ਨ ਦਾ ਸੇਰ, ਉਹਨੂੰ ਖ਼ਤਮ ਕਰਕੇ ਕਿਲੋਗ੍ਰਾਮ ਜਿਹੜਾ ਉਹਨੂੰ ਅਪਣਾਓ। ਇਹਦੇ ਲਈ ਬੜੀ ਕੰਪੇਨ ਚੱਲੀ ਸੀ ਉਦੋਂ। ਇਸ ਕੰਪੇਨ ਨੂੰ ਬਹੁਤ ਜ਼ਿਆਦਾ ਸਟਰੋਂਗ ਜਦੋਂ ਇੱਥੇ ਬ੍ਰਾਂਡਿੰਗ ਹੋਈ ਆ, ਮੁਖਤਲਿਫ ਕੰਪਨੀਆਂ ਆਈਆਂ ਤੇ ਉਹ ਆਪਦੀਆਂ ਪ੍ਰੋਡਕਟਸ ਜੋ ਤਿਆਰ ਕਰਦੀਆਂ ਸੀ ਤੇ ਉਹਨਾਂ ਨੇ ਕਿਲੋਗ੍ਰਾਮ ਦੇ ਜਿਹੜੇ ਪੈਮਾਨੇ ਨੂੰ ਅਪਣਾ ਲਿਆ। ਉਹਦੀ ਵਜ੍ਹਾ ਤੋਂ ਲੋਕਾਂ ਨੂੰ ਵੀ ਮਜਬੂਰਨ ਇਹ ਵਾਲਾ ਪੈਮਾਨਾ ਲੈਣਾ ਪਿਆ। ਲੇਕਿਨ ਅਸੀਂ ਪਟਵਾਰ ਦੇ ਵਿੱਚ ਆਪਣਾ ਉਹ ਰਵਾਇਤੀ ਪੈਮਾਨਾ ਜਿਹੜਾ ਹੈਗਾ ਉਹ ਨਹੀਂ ਛੱਡ ਸਕਦੇ। ਹੁਣ ਦੇਖੋ, ਪਟਵਾਰ ਦੇ ਵਿੱਚ ਸਭ ਤੋਂ ਛੋਟਾ ਜਿਹੜਾ ਪੈਮਾਨਾ ਹੈਗਾ ਉਹ 1 ਕਰਮ ਹੈ। ਹੁਣ 1 ਕਰਮ ਕਿੰਨੀ ਲੰਬਾਈ ਹੈ? 1 ਕਰਮ ਇੱਕ ਮੁਨਾਸਬ ਆਦਮੀ ਜਿਹਦਾ 5.5 ਫੁੱਟ ਤੋਂ ਲੈ ਕੇ 6 ਫੁੱਟ ਤੱਕ ਕੱਦ ਹੈ, ਉਹਦੇ ਮੁਨਾਸਬ 2 ਕਦਮ, ਉਹ 1 ਕਰਮ ਦੇ ਬਰਾਬਰ ਹੈ। ਔਰ 1 ਕਰਮ ਨੂੰ ਫਿਰ ਮਜ਼ੀਦ ਸਪੈਸੀਫਾਈ ਕਰਤਾ ਕਿ ਇਹ 5.5 ਫੁੱਟ ਹੋਣੀ ਚਾਹੀਦੀ ਹੈ। ਇਹ ਨਾ ਹੋਵੇ ਕਿ ਇੱਕ 7-8 ਫੁੱਟ ਦਾ ਬੰਦਾ ਵਾ, ਉਹ 2 ਕਦਮ ਚੁੱਕੇ ਤੇ 8 ਫੁੱਟ ਫਾਸਲਾ ਤੈਅ ਕਰ ਜਾਵੇ, ਉਹ 1 ਕਰਮ ਨਹੀਂ ਹੋਏਗੀ। 1 ਕਰਮ 5.5 ਫੁੱਟ ਦੇ ਬਰਾਬਰ ਹੈ। ਹੁਣ 1 ਕਰਮ ਦੇ ਨਾਲ ਹੀ ਜਿਹੜਾ ਪਹਿਲਾ ਸਭ ਤੋਂ ਛੋਟਾ ਰਕਬਾ ਕੱਢਿਆ ਉਹ ਸਰਸਾਈ ਹੈ। 1 ਕਰਮ ਤੂਲ ਦੇ ਵਿੱਚ, 1 ਕਰਮ ਅਰਜ਼ ਦੇ ਵਿੱਚ। ਤੇ ਇਹ ਜਿਹੜਾ ਆਪਣੇ ਕੋਲ ਇੱਕ ਕਿਊਬਿਕ ਰਕਬਾ ਨਿਕਲਿਆ ਵਾ, ਇਹ ਇੱਕ ਸਰਸਾਈ ਦੇ ਬਰਾਬਰ ਹੈ। ਇਹ 30.25 ਸਕੁਅਰ ਫਿਟ ਦੇ ਬਰਾਬਰ ਹੁੰਦੀ ਹੈ। ਸਰਸਾਈ ਤੋਂ ਬਾਅਦ ਮਰਲਾ, ਬੇਸ ਯੂਨਿਟ ਆਪਣੇ ਕੋਲ ਕਰਮ ਹੈ, ਕਰਮ ਤੋਂ ਬਾਅਦ ਸਰਸਾਈ ਬਣਾਈ। ਹੁਣ 9 ਸਰਸਾਈਆਂ ਮਿਲਾਵਾਂਗੇ ਤੇ 1 ਮਰਲਾ ਬਣ ਗਿਆ। 1 ਮਰਲੇ ਦੀ ਪੈਮਾਇਸ਼ ਮੈਂ ਨਾਲ ਲਿਖੀ ਵੀ ਹੈ, 16.5 ਫੁੱਟ 1 ਤੂਲ, 16.5 ਫੁੱਟ ਅਰਜ਼। ਦੋਵਾਂ ਨੂੰ ਮਲਟੀਪਲਾਈ ਕੀਤਾ ਤੇ 272.25 ਸਕੁਅਰ ਫੁੱਟ ਬਣ ਗਿਆ ਹੈ ਰਕਬਾ। ਠੀਕ ਹੈ ਜੀ, 1 ਮਰਲੇ ਦੇ 272.25 ਸਕੁਅਰ ਫੁੱਟ ਹੁੰਦੇ ਨੇ। ਹੁਣ 20 ਮਰਲੇ ਮਿਲਾਵਾਂਗੇ ਤੇ 1 ਕੈਨਾਲ ਬਣ ਜਾਏਗਾ। ਹੁਣ ਇਹ ਦੇਖੋ, ਮੈਂ ਜਿਹੜੀ ਸ਼ਕਲ ਬਣਾਈ ਹੈ ਇਹਦੇ ਵਿੱਚ ਮੈਂ ਗਿਣਤੀ ਵੀ ਲਿਖਤੀ ਆ ਔਰ ਸਾਈਡਾਂ ਤੇ ਕਰਮਾਂ ਵੀ ਲਿਖਤੀਆਂ, ਫੁੱਟਾਂ ਦੇ ਵਿੱਚ ਵੀ ਰਕਬਾ ਲਿਖਤਾ ਤੇ ਉੱਪਰ ਸਕੁਅਰ ਫਿਟ ਦੇ ਵਿੱਚ ਕੱਢ ਵੀ ਦਿੱਤਾ। 15 ਕਰਮ ਤੂਲ, 12 ਕਰਮ ਅਰਜ਼, ਤੇ ਇਹ ਜਨਾਬ ਸਾਡੇ ਕੋਲ 1 ਕਨਾਲ ਦਾ ਰਕਬਾ ਨਿਕਲ ਆਏਗਾ। ਇੱਕ ਸਾਈਡ ਤੇ ਤੂਲ ਦੇ ਵਿੱਚ 82.5 ਫੁੱਟ ਔਰ ਅਰਜ਼ ਦੇ ਵਿੱਚ 66 ਫੁੱਟ। ਇਹ ਟੋਟਲ ਰਕਬਾ 8167.5 ਸਕੁਅਰ ਫੁੱਟ ਬਣ ਗਿਆ। 1 ਕਨਾਲ ਤੋਂ ਬਾਅਦ 4 ਕਨਾਲਾਂ ਮਿਲਾਵਾਂਗੇ ਤੇ 1 ਬੈਗਾ ਬਣ ਜਾਏਗਾ। ਹੁਣ ਬੈਗਾ, ਇਹਨੂੰ ਉਰਦੂ ਦੇ ਵਿੱਚ ਬੈਗਾ ਕਿਹਾ ਜਾਂਦਾ, ਐਕਸੈਂਟ ਵੀ ਉਰਦੂ ਵਾਲਾ, ਤੇ ਪੰਜਾਬੀ ਦੇ ਵਿੱਚ ਇਹਨੂੰ ਵਿੱਗਾ ਵੀ ਕਹਿ ਦਿੰਦੇ ਨੇ, ਇਹਨੂੰ ਦਵਾੜਾ ਵੀ ਕਹਿ ਦਿੰਦੇ ਨੇ। ਠੀਕ ਹੈ ਜੀ, 30 ਤੂਲ ਤੇ 24 ਅਰਜ਼,
30 ਕਰਮ ਤੂਲ 24 ਕਰਮ ਅਰਜ਼, 165 ਫੁੱਟ ਤੂਲ 132 ਫੁੱਟ ਅਰਜ਼। ਇਹਨੂੰ ਜ਼ਰਬ ਦੇਵਾਂਗੇ ਤੇ ਆਪਣੇ ਕੋਲ ਸਕੁਅਰ ਫਿਟ ਦੇ ਵਿੱਚ ਰਕਬਾ ਨਿਕਲ ਆਏਗਾ 21780 ਸਕੁਅਰ ਫੁੱਟ। ਇਹ ਇੱਕ ਵਿਗੇ ਦਾ, ਇੱਕ ਦਵਾੜੇ ਦਾ ਇਹ ਜਿਹੜਾ ਰਕਬਾ ਵਾ। ਇਹਦੇ ਤੋਂ ਬਾਅਦ 2 ਵਿਗੇ ਜਾਂ 2 ਦਵਾੜੇ ਮਿਲਣਗੇ ਤੇ 1 ਕਿੱਲਾ ਬਣ ਜਾਏਗਾ। ਹੁਣ 1 ਕਿੱਲਾ 30 ਕਰਮ ਇੱਕ ਸਾਈਡ ਤੇ 48 ਕਰਮ ਤੂਲ ਦੇ ਵਿੱਚ ਤੇ 30 ਕਰਮ ਅਰਜ਼, 165 ਫੁੱਟ ਅਰਜ਼, 264 ਫੁੱਟ ਤੂਲ। ਇਹਨੂੰ ਜ਼ਰਬ ਦਿੱਤੀ 43,560 ਫੁੱਟ ਸਕੁਅਰ ਫੁੱਟ। ਇਹ 1 ਕਿੱਲੇ ਦੀ ਪੈਮਾਇਸ਼ ਆ ਗਈ। ਅੱਛਾ, ਹੁਣ ਇੱਥੇ ਇੱਕ ਸ਼ੈ ਹੋਰ ਵੀ ਦੇਖਣੀ ਆ ਕਿ ਇਹ ਜਿਹੜਾ ਕਿੱਲਾ ਹੈਗਾ ਇਹ ਕੁਤਰ ਦੇ ਵਿੱਚ ਵੀ ਹੋ ਸਕਦਾ। ਠੀਕ ਹੈ ਜੀ। ਕੁਤਰ ਦੀ ਕਿੱਦਾਂ ਪੈਮਾਇਸ਼ ਕੱਢਣੀ ਹੈ ਇਹ ਮੈਂ ਇਨਸ਼ਾਅੱਲਾ ਇਹ ਆਪਾਂ ਸੀਰੀਜ਼ ਜਾਰੀ ਰੱਖਾਂਗੇ। ਇਹਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਅਗਰ ਕੁਤਰਾਂ ਦੇ ਵਿੱਚ ਆ ਜਾਵੇ ਜਾਂ ਕਿੱਲੇ ਕੱਟੇ ਹੋਏ ਨੇ ਤੇ ਉਹਨਾਂ ਦਾ ਰਕਬਾ ਕਿਸ ਤਰ੍ਹਾਂ ਕੱਢਣਾ ਹੈਗਾ। ਫਿਰ ਇੱਕ ਮੁਰੱਬੇ ਦੇ ਵਿੱਚ ਤੁਸੀਂ ਪੱਥਰ ਤੋਂ ਨਿਸ਼ਾਨ ਲੈ ਕੇ ਆ ਗਏ, ਪੱਥਰ ਤੋਂ ਪੈਮਾਇਸ਼ ਲੈ ਕੇ ਆ ਗਏ ਤੇ ਮੁਰੱਬੇ ਦੇ ਸੈਂਟਰ ਜੇ ਦੇ ਵਿੱਚ ਜਨਾਬ ਸਾਹਿਬ ਤੁਸੀਂ ਆ ਕੇ 2-4 ਮਰਲੇ ਮਈਰ ਕਰਨੇ ਆ ਤੇ ਉਹ ਅਸੀਂ ਕਿੱਦਾਂ ਲੈ ਕੇ ਆਣੀ ਪੈਮਾਇਸ਼। ਇਹ ਸਾਰੇ ਤਰੀਕੇਕਾਰ ਹੈਗੇ ਆ। ਇਹ ਸਾਡੇ ਜਿਹੜੇ ਇਸਤੇਮਾਲ ਹੁੰਦੇ ਆਪਣਾ ਪਟਵਾਰ ਦੇ ਵਿੱਚ ਤਰੀਕੇ, ਉਹ ਮੇਰੇ ਕੁਛ ਨਜ਼ਰਾਂ 'ਚ ਵੀ ਨੇ ਤੇ ਇਹਦੇ ਕੁਛ ਤਰੀਕੇ ਜਿਹੜੇ ਹੈਗੇ ਆ ਉਹ ਮੈਂ ਖੁਦ ਵੀ ਕੁਝ ਤਜਰਬੇ ਕਰਕੇ ਸਿੱਖੇ ਨੇ। ਉਹ ਵੀ ਆਪਾਂ ਇਨਸ਼ਾਅੱਲਾ ਫੀਲਡ ਦੇ ਵਿੱਚ ਮੈਂ ਕਿਤੇ ਜਾਊਂਗਾ ਤੇ ਜਾ ਕੇ ਆਪਾਂ ਉਹਦੇ ਨਾਲ ਵੀ ਰਕਬਾ ਕੱਢਣ ਦੀ ਕੋਸ਼ਿਸ਼ ਕਰਾਂਗੇ ਔਰ ਬੜਾ ਬਿਹਤਰੀਨ ਨਿਕਲੇਗਾ। ਫਿਰ ਇਹਦੇ ਵਿੱਚ ਬੜਾ ਡਿਜੀਟਲ ਤਰੀਕੇ ਦੇ ਨਾਲ ਮੋਬਾਈਲ ਤੋਂ ਕੁਛ ਐਪਲੀਕੇਸ਼ਨਸ ਨੇ ਉਹ ਵੀ ਮੈਜਰਮੈਂਟਸ ਕੱਢਦੀਆਂ ਨੇ। ਆਪਾਂ ਸਾਰੇ ਤਰੀਕਿਆਂ ਦੇ ਨਾਲ ਮੈਜਰਮੈਂਟਸ ਕੱਢ ਕੇ ਤੇ ਆਪਣੇ ਤਰੀਕੇ ਰਲਾਵਾਂਗੇ ਕਿਹੜਾ ਬੈਸਟ ਤਰੀਕਾ ਹੈਗਾ, ਕਿਉਂਕਿ ਆਪਾਂ ਮਸਾਹ ਹੈਗੇ ਆ ਨਾਲ ਇਨਵੈਂਟਰ ਵੀ ਹੈਗੇ ਆ। ਆਪਾਂ ਨਵੇਂ ਤਰੀਕੇ ਇਜਾਦ ਵੀ ਕਰਨੇ। ਸਿਰਫ ਪੁਰਾਣੇ ਜਿਹੜੇ ਤਰੀਕੇ ਚੱਲੇ ਆ ਰਹੇ ਉਹਨਾਂ 'ਤੇ ਰਿਲਾਈ ਨਹੀਂ ਕਰਨਾ। ਨਵੀਆਂ ਸ਼ੈਵਾਂ ਕੱਢਣੀਆਂ ਵੀ ਹੈਗੀਆਂ, ਉਹਦੇ ਨਾਲ ਆਸਾਨੀਆਂ ਪੈਦਾ ਹੋਣਗੀਆਂ ਆਪਣੇ ਲਈ ਵੀ। ਤੇ ਬਹੁਤ ਸ਼ੁਕਰੀਆ। ਇਹ ਇੱਕ ਮਸਾਹਤ ਦੇ ਉੱਪਰ ਦਿੱਤੀ ਹੋਈ ਪਹਿਲੀ ਵੀਡੀਓ ਹੈ। ਇਹਦੇ ਵਿੱਚ ਤੁਹਾਨੂੰ ਅਗਰ ਕੋਈ ਕਨਫਿਊਜ਼ਨ ਵੀ ਹੋਵੇ ਤੇ ਉਹ ਵੀ ਆਪਾਂ ਡਿਸਕਸ ਕਰਾਂਗੇ। ਤੇ ਕੁਝ ਚੀਜ਼ਾਂ ਯਾਦ ਰੱਖਣ ਵਾਲੀਆਂ ਨੇ, ਉਹ ਸਿਰਫ ਯਾਦ ਰੱਖਾਂਗੇ ਤੇ ਆਪਾਂ ਨੂੰ ਇਹ ਜਿਹੜੀਆਂ ਸਾਰੀਆਂ ਸ਼ਾਮਾਂ ਕਰਨੀਆਂ ਆਸਾਨ ਹੋ ਜਾਣਗੀਆਂ। ਅੱਜ ਦੀ ਵੀਡੀਓ ਇੱਥੇ ਮੈਂ ख़त्म ਕਰਦਾ। ਬਹੁਤ ਸ਼ੁਕਰੀਆ। ਅੱਲਾ ਹਾਫਿਜ਼।